ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤਿਆਉ ਕਰੀ ਵਖਿਆਨ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਣੈ ਬੋਲੇ ਦੌੜਿਓ ਫਿਰਤ ਹੈ ਰਹਾਉ ਜਬ ਕਛ ਪਾਵੈ ਤਬ ਗਰਵ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਮਨ ਬਚ ਕਰਮ ਰਸ ਕਸੈ ਲੁਭਾਨਾ ਬਿਨ ਸਗਿਆ ਜਾਏ ਕਹੂੰ ਸਮਾਨਾ ਕਹਿ ਰਵਿਦਾਸ ਬਾਜੀ ਜਗ ਭਾਈ ਬਾਜੀਗਰ ਸਿਉ ਮੋਏ ਪ੍ਰੀਤ ਬਣ ਆਈ ਕਹਿ ਰਵਿਦਾਸ ਬਾਜੀ ਜਗ ਭਾਈ ਬਾਜੀਗਰ ਸਿਉ ਮੋਏ ਪ੍ਰੀਤ ਬਣ ਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰਬਾਣੀ ਦੀ ਲੜੀਵਾਰ ਜੋ ਕਥਾ ਵਿਚਾਰ ਇਸ ਪਾਵਨ ਸਥਾਨ 'ਤੇ ਚੱਲ ਰਹੀ ਹੈ, ਇਹਦੇ ਤਹਿਤ ਆਸਾ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਵਿੱਚੋਂ ਇਸ ਸਮੇਂ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਕੀਤਾ ਗਿਆ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 487 ਤੇ ਸੁਭਾਏਮਾਨ ਹੈ। ਭਗਤ ਰਵਿਦਾਸ ਜੀ ਦੇ 6 ਸ਼ਬਦ ਆਸਾ ਰਾਗ ਦੇ ਵਿੱਚ ਆਏ ਹਨ। ਇਹ 6ਵਾਂ ਸ਼ਬਦ ਹੈ। ਇੱਥੇ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਰਵਿਦਾਸ ਜੀ ਜੋ ਉਪਦੇਸ਼ ਕਰ ਰਹੇ ਹਨ, ਇਸ ਤੋਂ ਅੱਗੇ ਭਗਤ ਧੰਨਾ ਜੀ ਦੀ ਬਾਣੀ ਆਰੰਭ ਹੋ ਰਹੀ ਹੈ ਤੇ ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੇ ਇਹ 2 ਸ਼ਬਦ ਜਿਹੜੇ ਭਗਤ ਰਵਿਦਾਸ ਜੀ ਦਾ ਔਰ ਅਗਲਾ ਸ਼ਬਦ ਜੋ ਭਗਤ ਧੰਨਾ ਜੀ ਦਾ, ਇਹਨਾਂ ਦੇ ਵਿੱਚ ਜੋ ਉਪਦੇਸ਼ ਕੀਤਾ ਗਿਆ ਹੈ ਉਹ ਇਹ ਹੈ ਕਿ ਮਨੁੱਖ ਇਹ ਜਿਹੜਾ ਇਸ ਦੇ ਜੀਵਨ ਦਾ ਲਕਸ਼ ਹੈ ਪਰਮਾਤਮਾ ਦੀ ਪ੍ਰਾਪਤੀ ਕਰਨੀ, ਆਪਣੇ ਲਕਸ਼ ਨੂੰ ਭੁੱਲ ਕਰਕੇ ਇਸ ਸੰਸਾਰ ਦੇ ਪਦਾਰਥਾਂ ਦੇ ਵਿੱਚ ਖਚਤ ਹੋਇਆ ਹੈ। ਜਦੋਂ ਸੰਸਾਰ ਦੇ ਪਦਾਰਥ ਇਸ ਨੂੰ ਪ੍ਰਾਪਤ ਹੁੰਦੇ ਨੇ ਤੇ ਬੜਾ ਹੰਕਾਰ ਕਰਦਾ ਹੈ। ਜਦੋਂ ਪਦਾਰਥ ਚਲੇ ਜਾਣ ਤਾਂ ਰੋਣ ਲੱਗ ਜਾਂਦਾ ਹੈ ਔਰ ਸੰਸਾਰ ਦੇ ਵਿਸ਼ੇ ਵਿਕਾਰਾਂ ਵਿੱਚ ਖਚਤ ਹੋ ਕਰਕੇ ਆਪਣੇ ਕੀਮਤੀ ਜੀਵਨ ਨੂੰ ਗਵਾ ਰਿਹਾ ਹੈ। ਪਰ ਜੋ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਗੁਰੂ ਦੀ ਸੰਗਤ ਵਿੱਚ ਆ ਜਾਂਦੇ ਨੇ, ਉਹ ਇਸ ਸੰਸਾਰ ਦੇ ਵਿਸ਼ੇ ਵਿਕਾਰਾਂ ਤੋਂ ਬਚ ਕੇ ਨਾਮ ਜਪ ਕੇ ਆਪਣੇ ਜੀਵਨ ਦੇ ਵਿੱਚ ਲਾਹਾ ਪ੍ਰਾਪਤ ਕਰ ਲੈਂਦੇ ਹਨ। ਗੁਰਬਾਣੀ ਦੇ ਵਿੱਚ ਸਾਨੂੰ ਵਾਰ-ਵਾਰ ਸੁਚੇਤ ਕੀਤਾ ਜਾ ਰਿਹਾ ਹੈ ਕਿ ਭਾਈ ਇਹ ਮਨੁੱਖਾਂ ਦੇ ਹੀ ਮਿਲੀ ਹੈ।
ਤੂੰ ਨਾਮ ਜਪਣ ਵਾਸਤੇ ਸੰਸਾਰ ਵਿੱਚ ਆਇਆ ਹੈ। ਇਸ ਦੇਹੀ ਦਾ ਇਹ ਪ੍ਰਯੋਜਨ ਹੈ। ਜਿਵੇਂ ਗੁਰਬਾਣੀ ਦੇ ਮਹਾਨ ਬੋਲ ਹਨ ਕਿ ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁਖ ਪਾਏਂਦਾ। ਮਨੁੱਖਾ ਜੀਵਨ ਜਿਹੜੀ ਹੈ ਐਸੀ ਪੌੜੀ ਹੈ, ਜੇਕਰ ਇੱਥੋਂ ਹੱਥ ਛੁੱਟ ਗਿਆ ਨਾ ਤਾਂ ਬਹੁਤ ਭਾਰੀ ਇਸ ਨੂੰ ਫਿਰ ਦੁੱਖ ਝੱਲਣਾ ਪਵੇਗਾ। ਜਿਵੇਂ ਆਪਾਂ ਵੇਖਦੇ ਹਾਂ, ਆਪਾਂ ਕਿਸੇ ਬਿਲਡਿੰਗ 'ਤੇ ਚੜ੍ਹਦੇ ਹਾਂ ਪੌੜੀ ਦਾ ਆਸਰਾ ਲੈ ਕੇ। ਪੌੜੀ ਦੇ ਅਖੀਰਲੇ ਡੰਡੇ ਤੋਂ ਜਾਂ ਅਖੀਰਲੇ ਸਟੈਪ ਤੋਂ ਮਨੁੱਖ ਗਿਰ ਜਾਵੇ, ਬਹੁਤ ਤਕਲੀਫ ਹੁੰਦੀ ਹੈ। ਪਹਿਲਾ ਸਟੈਪ ਹੈ, ਦੂਜਾ ਹੈ, ਤੀਜਾ ਹੈ, 10-20 ਜਿੰਨੇ ਵੀ ਕਿਤੇ ਸਟੈਪ ਹਨ। ਆਪਾਂ ਵੇਖਦੇ ਹਾਂ ਮਨੁੱਖ ਪਹਿਲੇ ਸਟੈਪ ਤੋਂ ਗਿਰੇ ਤੇ ਕੋਈ ਜ਼ਿਆਦਾ ਸੱਟ ਨਹੀਂ ਲੱਗਦੀ, ਪਰ ਜਦੋਂ ਸਿਰੇ 'ਤੇ ਜਾ ਕੇ ਗਿਰੇ ਤਾਂ ਉੱਪਰੋਂ ਰਿੜ੍ਹਦਾ ਆਉਂਦਾ ਅਤੇ ਨਾਲੇ ਸਰੀਰ ਨੂੰ ਬਹੁਤ ਭਾਰੀ ਨੁਕਸਾਨ ਹੁੰਦਾ ਹੈ। ਇਸ ਤਰ੍ਹਾਂ ਇਹ 84 ਲੱਖ ਜੂਨੀਆਂ 84 ਲੱਖ ਪੌੜੀਆਂ ਹਨ। ਜੀਵ ਆਤਮਾ ਸਾਰੀਆਂ ਪੌੜੀਆਂ ਤੋਂ ਚੜ੍ਹਦਾ ਇਹ ਮਨੁੱਖਾ ਦੇਹੀ ਰੂਪੀ ਪੌੜੀ ਅਖੀਰਲੇ ਸਟੈਪ 'ਤੇ ਪਹੁੰਚਿਆ ਹੈ। 84 ਲੱਖ ਜੂਨੀਆਂ ਹੀ 84 ਲੱਖ ਪੌੜੀਆਂ ਦੇ ਸਟੈਪ ਹਨ। ਬੜੀ ਵੱਡੀ ਪੌੜੀ ਹੈ। ਆਪਾਂ ਵੇਖਦੇ ਹਾਂ ਜਿਹੜੀਆਂ ਕਈ ਬਿਲਡਿੰਗਾਂ ਉੱਥੇ ਵੱਡੀਆਂ ਵੱਡੀਆਂ ਪੌੜੀਆਂ, ਲੰਮੀਆਂ ਪੌੜੀਆਂ ਹੁੰਦੀਆਂ ਨੇ। ਇਹ 84 ਲੱਖ ਜੂਨੀਆਂ 84 ਲੱਖ ਪੌੜੀਆਂ ਹਨ ਅਤੇ ਮਨੁੱਖਾ ਦੇਹੀ ਅਖੀਰਲਾ ਸਟੈਪ ਹੈ, ਅਖੀਰਲਾ ਡੰਡਾ ਹੈ। ਜੇਕਰ ਇੱਥੋਂ ਹੱਥ ਛੁੱਟ ਗਿਆ ਤੇ ਦੇਖ ਲਓ ਫਿਰ ਕਿੰਨਾ ਲੰਮੀ ਪੌੜੀ ਗਿਰਦਾ ਜਾ ਕੇ ਕਿੱਥੇ ਜਾ ਗਿਰੇਗਾ, ਕਿੰਨਾ ਦੁੱਖ ਹੋਵੇਗਾ। ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਂਦਾ। ਮਹਾਰਾਜ ਕਹਿੰਦੇ ਭਾਈ ਇਹ ਮਨੁੱਖਾ ਦੇਹੀ ਇੱਥੇ ਬੜਾ ਸੁਚੇਤ ਹੋਣਾ ਪਵੇਗਾ। ਜਦੋਂ ਆਪਾਂ ਪੌੜੀ ਚੜ੍ਹਦੇ ਹਾਂ ਪਹਿਲਾ ਸਟੈਪ, ਦੂਜਾ ਸਟੈਪ, ਇੰਨਾ ਸੁਚੇਤ ਹੋਣ ਦੀ ਲੋੜ ਨਹੀਂ ਪੈਂਦੀ, ਪਰ ਜਿਵੇਂ ਜਿਵੇਂ ਮਨੁੱਖ ਉੱਪਰ ਜਾਂਦਾ ਹੈ ਬੜਾ ਸੁਚੇਤ ਹੋਣਾ ਪੈਂਦਾ ਹੈ, ਸਾਵਧਾਨ ਹੋਣਾ ਪੈਂਦਾ ਹੈ। ਜਿਵੇਂ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਨੇ, ਸ਼ੁਰੂਆਤ ਹੈ, ਕੋਈ ਗੱਲ ਨਹੀਂ, ਬੱਚਾ ਗਲਤ ਲਿਖ ਦੇਵੇਗਾ, ਗਲਤ ਬੋਲ ਦੇਵੇਗਾ, ਕੋਈ ਗੱਲ ਨਹੀਂ, ਟੀਚਰ ਵੀ ਕਹੇਗਾ ਕੋਈ ਗੱਲ ਨਹੀਂ, ਬੱਚਾ ਅਜੇ ਬੇਸਮਝ ਹੈ। ਪਰ ਇੱਕ ਪੜ੍ਹਿਆ ਲਿਖਿਆ ਬੱਚਾ ਕੋਈ ਗਲਤੀ ਕਰੇ ਫਿਰ ਉਸ ਨੂੰ ਸਜ਼ਾ ਮਿਲਦੀ ਹੈ, ਉਸ ਦੇ ਨੰਬਰ ਵੀ ਕੱਟ ਦਿੱਤੇ ਜਾਂਦੇ ਨੇ ਵੀ ਇੰਨਾ ਕੁਝ ਪੜ੍ਹਿਆ, ਇੰਨਾ ਸਾਲ ਪੜ੍ਹਦੇ ਨੂੰ ਹੋ ਗਿਆ, ਕੀਤਾ ਕੀ ਹੈ ਤੂੰ। ਤੋ ਇਸੇ ਤਰ੍ਹਾਂ ਇਹ ਸਾਡਾ ਮਨੁੱਖਾ ਸਰੀਰ ਹੈ, ਮਨੁੱਖਾ ਜੀਵਨ ਹੈ। ਇੱਥੇ ਬੜਾ ਸੁਚੇਤ ਹੋ ਕੇ, ਬੜਾ ਸਾਵਧਾਨ ਹੋ ਕੇ ਚੱਲਣਾ ਪਵੇਗਾ। ਤਾਂ ਹੀ ਤੇ ਮਹਾਰਾਜ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਵਾਹਿਗੁਰੂ ਦਾ ਨਾਮ ਜਪੋ, ਸਿਮਰਨ ਕਰੋ, ਪਰ ਬੜਾ ਸੁਚੇਤ ਹੋਣਾ ਪਵੇਗਾ। ਸੁਚੇਤ ਹੋ ਕੇ ਨਾਮ ਜਪੋ, ਸਾਧਨਾ ਕਰੋ, ਤਾਂ ਜਾ ਕੇ ਜੀਵਨ ਸਫਲ ਹੋਵੇਗਾ। ਸੋ ਪਾਵਨ ਅੰਮ੍ਰਿਤ ਬਚਨਾਂ ਦੇ ਵਿੱਚ ਸਾਨੂੰ ਜੋ ਉਪਦੇਸ਼ ਕੀਤਾ ਜਾ ਰਿਹਾ, ਜੇਕਰ ਮਨੁੱਖ ਨਹੀਂ ਮੰਨਦਾ, ਭਗਤ ਕਬੀਰ ਸਾਹਿਬ ਜੀ ਦਾ ਇੱਕ ਗੌੜੀ ਰਾਗ ਗੁਜਰੀ ਰਾਗ ਦੇ ਵਿੱਚ ਵਾਹਿਗੁਰੂ ਸ਼ਬਦ ਹੈ। ਉੱਥੇ ਉਹਨਾਂ ਨੇ ਆਖਿਆ ਵੀ ਇਹ ਮਨੁੱਖ ਜੇ ਤੂੰ ਨਾਮ ਨਾ ਜਪੇਂਗਾ ਕਿਸੇ ਦਾ ਕੁਝ ਨਹੀਂ ਵਿਗੜਨਾ, ਕਿਉਂਕਿ ਮਨੁੱਖ ਆਪਣੇ ਦੁਨਿਆਵੀ ਧੰਦਿਆਂ ਦੇ ਵਿੱਚ ਬੜਾ ਮਸ਼ਰੂਫ ਹੈ। ਇਹਦੇ ਕੋਲ ਸਮਾਂ ਨਹੀਂ ਹੈ ਗੁਰੂ ਦੀ ਸੰਗਤ ਵਿੱਚ ਆ ਕੇ ਬੈਠੇ ਅਤੇ ਨਾਮ ਜਪੇ, ਸਿਮਰਨ ਕਰੇ। ਕਹਿੰਦਾ ਇਹ ਨਾਮ ਸਿਮਰਨ ਦੀ ਲੋੜ ਨਹੀਂ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਲਿਆ ਜੇ ਤੂੰ ਨਾਮ ਨਾ ਜਪਿਆ, ਸਿਮਰਨ ਨਾ ਕੀਤਾ, ਕਿਸੇ ਦਾ ਕੁਝ ਨਹੀਂ ਵਿਗੜਨਾ, ਪਰ ਤੇਰਾ ਜੋ ਹਾਲ ਹੋਵੇਗਾ। ਭਗਤ ਕਬੀਰ ਸਾਹਿਬ ਜੀ ਦੇ ਉਹ ਬਚਨ ਨੇ, ਕਹਿੰਦੇ ਚਾਰ ਪਾਮ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ ਰੇ। ਊਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ ਰੇ। ਕਹਿੰਦੇ
फाटे नाकन टूटे कादन कोदो कोप सकईए रे। कहते हर बिन बैल बिराने हुई है, जे तू नाम ना जपिया अगला जीवन पशु जूनी दा मिलेगा। चार तेरे पैर होणगे, दो सिंह होणगे, मुख तो गूंगा होवेगा, फिर किवें रब दे गुण गावेगा। हुण तेरे कोल समा है ते कहंदा मेरे कोल समा नहीं बंदगी करन दा। अपने कोल समा बहुत है, आपां जान के ना साडा मन हरामी हो रहा है, आपां बहाने बना लैंदे हां। समा बहुत है बाणी पढ़न दा, नाम जपण दा। सानू तां गुरु महाराज ने सौखा मार्ग दिता है भी तू खेत विच हल वाह रहा है, बाणी पढ़ी जा, मूल मंत्र पाठ करी जा, आउंदियां जांदियां सौंदियां बहिंदियां नाम जप सकते हैं। नौकरी जाना है, पाठ शुरू कर लो, कुछ मूल मंत्र दा जाप, जां आउंदियां जांदियां जो भी नाम दे पासे सुरत जोड़ो अपनी। कोई भी आपां काम करना, किसी रिश्तेदार को चले हाँ, आपां जांदे ही हाँ, किते भी जाना है बाणी दा पाठ शुरू कर लवो। आमदियां जामदियां किन्ना जाप हो गया, नाले तां संसारक काम भी हो गया और नाल नाम भी जपिया गया। बड़ा सौखा मार्ग दस्सिया महाराज ने, होर धर्मां नालों ये सब नालों वधिया मार्ग दिता है आपां नूं। देखो मुसलमान वीर उन्होंने आपां सदके जाइए, जिथे भी नमाज का समा हो गया मुसलमान वीर उत्थे ही कपड़ा बह के नमाज पढ़ता है। वो सफ़र कर रहे रेल गड्डी विच उत्थे बैठ के किते भी जा रहा है, जंग के मैदान विच भी जे उहदा समा हो गया तो उत्थे बह के नमाज पढ़ता है। वो समा है, समय के मुताबिक ही नमाज पढ़ सकता है, अगे पिछे नहीं पढ़ सकता। पर तुसी जपजी साहब जदों मर्जी पढ़ लवो, सोहनी साहब जदों, मूल मंत्र जदों मर्जी अभ्यास कर लवो, बाणी जदों मर्जी पढ़ी जाओ, कोई चक्कर नहीं, कोई भरम है ही नहीं। इस तरह हिंदू वीर उन्होंने गायत्री के मंत्र का जाप करन दा समय, जिहड़े तरपण करन दा उन्हां दा संध्या तरपण करे गायत्री। सानू महाराज ने बड़ा सौखा मार्ग दिता है, सब नालों वधिया और श्रेष्ठ नाले सौखा मार्ग। काम धंधा करदियां भी बाणी पढ़ी चलो, तब कैसे गुण गई है। ऊठत बैठत ठेगा पर है, तब कत मूढ़ लुकई है। फिर किते मुँह लुकावेगा। सो भगत रविदास जी जो फरमान कर रहे ने, आओ अमृत बचना नाल सांझ पाइए। माटी को पूतरा कैसे नचत है, मिट्टी का पुतला है शरीर मनुखा देही, ते किवें नचदा पिया है। देखो ये जीव मिट्टी के पुतले शरीर दे विच रह करके किवें दुनिया के कामां वास्ते नचदा पिया है, नृत्य कर रहा है। देखै देखै सुनै बोलै दौरे हो फिरत है। साडा ये शरीर मिट्टी का पुतला वेखो किवें दौड़िया फिरदा है, देखदा है। की देखदा है? माया वाल देखदा है, माया के रंग तमाशे देखदा है, गुरु वाल नहीं देखदा। वार वार इधर ही वेखदा है, सुनै बोलै, माया दियां ही गल्लां सुनदा है, माया दियां ही गल्लां बोलदा है। उधर ज़्यादा रस आउंदा है, उधर ज़्यादा स्वाद आउंदा है, ते दौड़िया फिरता है। भगत रविदास जी कहंदे देखै देखै सुनै बोलै दौड़िया फिरता है, दिन रात माया दे वास्ते दौड़िया फिरदा है, भाव कार विहार कर रहा है। रहाओ विश्राम दे के कहंदे जाओ कछ पावै तब गर्व करत है। जदों कुछ पा लैंदा दुनिया विच फिर हंकार करदा है। आपां वेखदे हां मनुख संसार दे विच जदों कुछ पा लैंदा ते बड़ा हंकार नाल ओहदी नमैश करदा है। वेखो जी मैं बड़ा बल बड़ी साधना कीती। साधना करनी माड़ी नहीं, पर कोई वस्तु पा के ओहदा हंकार नहीं करना चाहिए। कुछ भी प्राप्ति करनी चाहिए है, किसी भी फील्ड दे विच मनुख कामयाब होना चाहिए है। पर गल ये है महाराज कहते भी हंकार नहीं करना चाहिए। पर कुदरती गल है जिस बंदे कोल बंदगी नहीं, गुरु की मत नहीं, वो जदों भी कुछ प्राप्त करेगा ओहदा हंकार करेगा।
देखै देखै सुनै बोलै दौड़ियो फिरत है। वाहिगुरु माया गई तब रोवण लगत है। ਜਦੋਂ ਮਾਇਆ ਚਲੀ ਜਾਂਦੀ, ਜਦੋਂ ਕੁਝ ਪਾ ਲਿਆ ਫਿਰ ਹੰਕਾਰ ਹੋ ਗਿਆ, ਜਦੋਂ ਮਾਇਆ ਚਲੀ ਗਈ ਫਿਰ ਰੋਣ ਲੱਗ ਜਾਂਦਾ ਹੈ। ਫਿਰ ਕਹਿੰਦਾ ਮੈਂ ਤਾਂ ਲੁੱਟਿਆ ਗਿਆ, ਮੈਂ ਬਰਬਾਦ ਹੋ ਗਿਆ, ਮੇਰੇ ਪੱਲੇ ਕੁਝ ਨਹੀਂ ਰਿਹਾ। ਮਨ ਬਚ ਕਰਮ ਰਸ ਕਸੈ ਲੁਭਾਨਾ, ਬਿਨਸ ਗਿਆ ਜਾਏ ਕਹੂ ਸਮਾਨਾ। ਸਾਡਾ ਜੀਵਨ ਤਿੰਨ ਤਰ੍ਹਾਂ ਕਰਕੇ ਹੈ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ। ਸਾਡੇ ਮਨ ਵਿੱਚ ਵੀ ਸੰਸਾਰ ਦੇ ਵਿਕਾਰ ਨੇ, ਮਨ ਵਿੱਚ ਵੀ ਰੱਬ ਦੀ ਭੈ ਭਗਤੀ ਨਹੀਂ ਹੈ। ਔਰ ਮਨੁੱਖ ਦੇ ਬਚਨਾਂ ਤੋਂ ਵੀ ਪਤਾ ਲੱਗ ਜਾਂਦਾ ਹੈ, ਬੋਲਦਾ ਜੋ ਮਨੁੱਖ ਅੰਦਰ ਮਨ ਵਿੱਚ ਹੈ ਨਾ, ਜੋ ਇਹਦੇ ਜਦੋਂ ਇਹ ਬੋਲੇਗਾ, ਭਾਵੇਂ ਕਿੰਨਾ ਵੀ ਰੋਕ ਕੇ ਰੱਖੇ ਆਪਣੇ ਆਪ ਨੂੰ, ਜੋ ਇਹਦੇ ਅੰਦਰ ਦੀ ਹਾਲਤ ਹੈ ਉਹ ਬਚਨਾਂ ਰਾਹੀਂ ਪ੍ਰਗਟ ਹੋ ਜਾਂਦੀ ਹੈ। ਤੀਸਰਾ ਹੈ ਕਰਮ, ਜੋ ਆਪਾਂ ਕਰਮ ਕਰਦੇ ਹਾਂ, ਕਰਤੱਵ ਕਰਦੇ ਹਾਂ। ਮਨੁੱਖ ਜੋ ਅੰਦਰੋਂ ਹੈ ਉਹ ਇਹਦੀ ਕਿਰਤ ਵਿੱਚ ਵੀ ਦਿਖਾਈ ਦੇਵੇਗਾ। ਜੇ ਅੰਦਰੋਂ ਬੇਈਮਾਨ ਹੈ, ਲਾਲਚੀ ਹੈ, ਵਿਕਾਰੀ ਹੈ, ਉਹ ਇਹਦੀ ਕਿਰਤ ਵਿੱਚੋਂ ਵੀ ਦਿਖਾਈ ਦਿੰਦਾ। ਇਹਦੀਆਂ ਅੱਖਾਂ ਵੇਖਣਗੀਆਂ ਮਾੜਾ, ਹੱਥ ਮਾੜਾ ਕਰਨਗੇ, ਪੈਰ ਮਾੜੇ ਪਾਸੇ ਚੱਲਣਗੇ, ਉਹ ਵਿਹਾਰ ਵਿੱਚੋਂ ਵੀ। ਇਹ ਤਿੰਨ ਤਰ੍ਹਾਂ ਕਰਕੇ ਹੈ ਜੀਵਨ। ਤੋ ਤਿੰਨੇ ਤਰ੍ਹਾਂ ਕਰਕੇ ਇਹ ਮਨ, ਬਚ, ਕਰਮ, ਰਸ ਕਸੈ ਲੁਭਾਨਾ। ਦੁਨੀਆ ਦੇ ਰਸਾਂ ਦੇ ਵਿੱਚ, ਕਸਾਂ ਦੇ ਵਿੱਚ ਉਹ ਰਸ ਜਿਹੜੇ ਸਾਡੇ ਸਰੀਰ ਨੂੰ ਦੁੱਖ ਦੇਣ ਵਾਲੇ ਨੇ, ਉਹਨਾਂ ਵਿੱਚ ਲੁਭਾਏ ਮਾਨ ਹੋ ਰਿਹਾ। ਬਿਨਸ ਗਿਆ ਜਾਏ ਕਹੂ ਸਮਾਨਾ। ਤੇ ਇਸੇ ਤਰ੍ਹਾਂ ਹੀ ਵਿਸ਼ੇ ਵਿਕਾਰਾਂ ਨੂੰ ਭੋਗਦਾ ਹੋਇਆ ਜਦੋਂ ਮਰ ਗਿਆ, ਬਿਨਸ ਗਿਆ ਜਾਏ ਕਹੂੰ ਸਮਾਨਾ। ਫਿਰ ਪਤਾ ਨਹੀਂ ਕਿੱਥੇ ਜਾ ਕੇ ਹੁਣ ਸਮਾਵੇਗਾ, ਇਹਨੂੰ ਕਿੱਥੇ ਥਾਂ ਮਿਲੇਗੀ, ਕੋਈ ਪਤਾ ਨਹੀਂ ਹੈ। ਜੇਕਰ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਤਾਂ ਮਹਾਰਾਜ ਕਹਿੰਦੇ ਪਤਾ ਨਹੀਂ ਕਿੱਥੇ ਜਾ ਕੇ ਹੁਣ ਇਹਨੂੰ ਥਾਂ ਮਿਲੇਗੀ, ਕਿੱਥੇ ਭਟਕੇਗਾ। ਕਹਿ ਰਵਿਦਾਸ ਬਾਜੀ ਜਗ ਭਾਈ। ਭਗਤ ਰਵਿਦਾਸ ਜੀ ਕਹਿੰਦੇ ਇਹ ਸਾਰਾ ਸੰਸਾਰ ਵਾਹਿਗੁਰੂ ਦੀ ਖੇਡ ਪਾਈ। ਬਾਜੀ ਕਹਿੰਦੇ ਨੇ ਖੇਡ, ਵਾਹਿਗੁਰੂ ਨੇ ਖੇਡ ਕੀਤੀ, ਤਮਾਸ਼ਾ ਕੀਤਾ। ਦਸਮ ਪਾਤਸ਼ਾਹ ਵੀ ਕਹਿੰਦੇ ਨੇ ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਬਾਜੀ ਹੈ, ਖੇਡ ਹੈ, ਤਮਾਸ਼ਾ ਹੈ। ਬਾਜੀਗਰ ਸਿਉ ਮੋਏ ਪ੍ਰੀਤ ਬਣ ਆਈ। ਤੇ ਭਗਤ ਰਵਿਦਾਸ ਜੀ ਕਹਿੰਦੇ ਅਸੀਂ ਖੇਡ ਨਾਲ ਨਹੀਂ ਮਨ ਜੋੜਿਆ, ਅਸੀਂ ਜਿਹੜਾ ਖੇਡ ਪਾ ਰਿਹਾ ਸੀ ਉਹਦੇ ਨਾਲ ਜੁੜ ਗਏ। ਬਾਜੀਗਰ ਭਾਵ ਤਮਾਸ਼ਾ ਕਰਨ ਵਾਲਾ, ਖੇਡ ਕਰਨ ਵਾਲਾ, ਉਹ ਹੈ ਵਾਹਿਗੁਰੂ ਨਿਰੰਕਾਰ। ਅਸੀਂ ਉਸ ਵਾਹਿਗੁਰੂ ਨਾਲ ਪ੍ਰੀਤ ਪਾ ਲਈ ਹੈ, ਉਸ ਨਿਰੰਕਾਰ ਦੇ ਨਾਲ ਜੁੜ ਗਏ ਹਾਂ, ਸਾਡੀ ਪ੍ਰੀਤ ਉਹਦੇ ਨਾਲ ਬਣ ਗਈ ਹੈ। ਇਸ ਕਰਕੇ ਸਾਨੂੰ ਦੁਨੀਆ ਦੇ ਰੰਗ ਤਮਾਸ਼ੇ ਚੰਗੇ ਨਹੀਂ ਲੱਗਦੇ। ਤੁਸੀਂ ਵੇਖਣਾ ਕਦੇ ਵੀ ਜਦੋਂ ਕੋਈ ਬਾਜੀਗਰ ਖੇਡ ਕਰਨ ਆਉਂਦਾ ਹੈ, ਉਹਦੇ ਨਾਲ ਜਿਹੜੇ ਬੰਦੇ ਹੁੰਦੇ ਨੇ ਉਹ ਖੇਡ ਦੇ ਨਾਲ ਨਹੀਂ ਜੁੜਦੇ, ਉਹਨਾਂ ਨੂੰ ਪਤਾ ਹੁੰਦਾ ਇਹ ਸਾਰਾ ਤਮਾਸ਼ਾ ਹੈ। ਪਰ ਹੋਰ ਜਿਹੜੇ ਦੁਨੀਆ ਵੇਖਣ ਵਾਲੇ ਹੁੰਦੇ ਨੇ ਉਹ ਤਮਾਸ਼ੇ ਵਿੱਚ ਖਚਤ ਹੋ ਜਾਂਦੇ ਨੇ। ਅਤੇ ਕੀ ਹੁੰਦਾ ਉੱਥੇ ਤੁਸੀਂ ਵੇਖਣਾ ਉਹਨਾਂ ਦੇ ਵਿੱਚ ਆ ਕੇ ਠੱਗ ਵੜ ਜਾਂਦੇ ਨੇ। ਕਿਸੇ ਦਾ ਜੇਬ ਕੱਟ ਲਿਆ, ਕਿਸੇ ਦਾ ਕੁਝ, ਕਿਸੇ ਦਾ ਕੁਝ, ਕਿਸੇ ਦਾ ਨੁਕਸਾਨ ਕੁਝ ਕਰ ਦਿੱਤਾ। ਇਹਨਾਂ ਖੇਡ ਵਿੱਚ ਮਸ਼ਰੂਫ ਹੋ ਗਏ ਲੋਕ। ਕਿਸੇ ਦਾ ਮੋਟਰਸਾਈਕਲ ਚੱਕਿਆ ਜਾਂਦਾ ਹੈ, ਕਿਸੇ ਦੀ ਗੱਡੀ ਚੁੱਕ ਲੈ ਜਾਂਦੇ ਨੇ। ਜਿਵੇਂ ਆਪਾਂ ਵੇਖਦੇ ਹਾਂ ਸਰਕਸ ਦਾ ਤਮਾਸ਼ਾ ਹੁੰਦਾ ਹੈ, ਉਹ ਲੋਕ ਉੱਥੇ ਮੇਲਾ ਵੇਖਣ ਲੱਗ ਜਾਂਦੇ ਨੇ, ਉਹਦੇ ਵਿੱਚ ਖਚਤ ਹੋ ਜਾਂਦੇ ਨੇ, ਪਿੱਛੋਂ ਕੁਝ ਨਾ ਕੁਝ ਲੁੱਟਿਆ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਜਿਹੜੇ ਤਾਂ ਰੱਬ ਨਾਲ ਜੁੜ ਗਏ ਉਹ ਤਾਂ ਬਚ ਜਾਂਦੇ ਨੇ, ਪਰ ਜਿਹੜੇ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਖਚਤ ਹੋ ਗਏ ਉਹਨਾਂ ਨੂੰ ਵਕਾਰ ਠੱਗ ਲੈਂਦੇ ਹਨ। ਭਗਤ ਰਵਿਦਾਸ ਜੀ ਕਹਿੰਦੇ ਸਾਡੀ ਪ੍ਰੀਤ ਉਸ ਬਾਜੀਗਰ ਵਾਹਿਗੁਰੂ ਨਾਲ ਬਣ ਗਈ ਹੈ। ਆਸਾ ਬਾਣੀ ਭਗਤ ਧੰਨੇ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਥੇ ਹੁਣ ਭਗਤ ਰਵਿਦਾਸ ਧੰਨਾ ਜੀ ਦੀ ਬਾਣੀ ਜਿਹੜੀ ਹੈ ਆਰੰਭ ਹੋ ਰਹੀ। ਭਗਤ ਰਵਿਦਾਸ ਜੀ ਦੀ ਬਾਣੀ ਦੇ 6 ਸ਼ਬਦ ਆਏ ਨੇ। ਇਹ ਜਿਹੜਾ ਸ਼ਬਦ ਭਗਤ ਧੰਨਾ ਜੀ ਦਾ ਇੱਥੇ ਪਹਿਲਾ ਸ਼ਬਦ ਆ ਰਿਹਾ, ਬਿਲਕੁਲ ਇਹ ਸ਼ਬਦ ਉੱਪਰਲੇ ਸ਼ਬਦਾਂ ਨਾਲ ਮਿਲਦਾ ਜੁਲਦਾ ਹੈ।
ਆਸਾ ਰਾਗ ਦੇ ਵਿੱਚ ਭਗਤ ਧੰਨਾ ਜੀ ਫਰਮਾਨ ਕਰ ਰਹੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਹ ਮੰਗਲਾ ਚਰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਵਾਇਆ ਹੋਇਆ ਹੈ। ਔਰ ਇਹ ਜਿਹੜੇ ਬਚਨ ਨੇ ਆਸਾ ਬਾਣੀ ਭਗਤ ਧੰਨੇ ਜੀ ਕੀ, ਇਹ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਵਾਏ ਹਨ ਕਿ ਸੰਗਤਾਂ ਨੂੰ ਪਤਾ ਲੱਗ ਜਾਵੇ ਬਾਣੀ ਕਿਸ ਭਗਤ ਦੀ ਹੈ। ਅੱਗੇ ਵਾਹਿਗੁਰੂ ਜੀ ਦਾ ਮੰਗਲਾ ਚਰਨ ਕੀਤਾ ਹੈ। ਭ੍ਰਮਤ ਫਿਰਤ ਬੋ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਇਸ ਮਨੁੱਖ ਨੂੰ ਬੜੇ ਜਨਮ ਭਟਕਦਿਆਂ ਹੋ ਗਿਆ। ਇਸ ਆਤਮਾ ਨੂੰ ਬੜੇ ਜਨਮ ਆਪਾਂ ਭਟਕ ਚੁੱਕੇ ਹਾਂ, ਖੁਆਰ ਹੋਏ ਹਾਂ। ਕਿੰਨੇ ਕੁ ਜਨਮ ਮਹਾਰਾਜ ਕਹਿੰਦੇ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਵਰੀਆ, ਚਰੰਕਾਲ ਇਹ ਦੇਹ ਸੰਜਰੀਆ। ਮਨੁੱਖ ਇਹਨਾਂ ਜੁਨੀਆਂ ਦੇ ਵਿੱਚ ਰਹਿ ਕੇ ਆਇਆ ਹੈ। ਇੱਕ ਬਚਨ ਸੰਸਕ੍ਰਿਤੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਉਂਦਾ ਹੈ। ਉੱਥੇ ਮਹਾਰਾਜ ਕਹਿੰਦੇ ਵੀ ਇਹ ਜਿਹੜੇ ਪਸ਼ੂ ਜਾਨਵਰ ਨੇ ਇਹ ਮਨੁੱਖ ਦੇ ਸੰਬੰਧੀ ਹੋ ਰਹੇ ਨੇ। ਤੁਸੀਂ ਵੇਖਣਾ ਮਨੁੱਖ, ਸਾਰੇ ਮਨੁੱਖਾਂ ਦਾ ਸੁਭਾਅ ਇੱਕੋ ਜਿਹਾ ਨਹੀਂ। ਕਿਸੇ ਨੂੰ ਕੁਝ ਪਸ਼ੂ ਚੰਗੇ ਲੱਗਦੇ ਨੇ, ਕਿਸੇ ਨੂੰ ਪੰਛੀ ਚੰਗੇ ਲੱਗਦੇ ਨੇ, ਕਿਸੇ ਨੂੰ ਜਾਨਵਰ ਚੰਗੇ ਲੱਗਦੇ ਨੇ, ਕਈਆਂ ਨੂੰ ਸੱਪ ਫੜਨੇ, ਸੱਪਾਂ ਨਾਲ ਬੜਾ ਦੋਸਤੀ ਉਹਨਾਂ ਦੀ ਯਾਰਾਨਾ ਹੈ, ਸੱਪ ਬੜੇ ਚੰਗੇ ਲੱਗਦੇ ਨੇ, ਕਿਸੇ ਨੂੰ ਕੁਝ। ਇਹਦਾ ਕਾਰਨ ਕੀ ਹੈ? ਕਦੇ ਤੁਸੀਂ ਇਹ ਸੋਚਿਆ ਗੱਲ ਨੂੰ? ਇਹਦਾ ਕਾਰਨ ਜਦੋਂ ਆਪਾਂ ਗੁਰਬਾਣੀ ਵਿੱਚ ਵੇਖੀਏ ਨਾ, ਤੇ ਮਨੁੱਖ ਨੂੰ ਉਹ ਜੂਨੀਆਂ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਜਿਨ੍ਹਾਂ ਵਿੱਚ ਆਪ ਰਹਿ ਕੇ ਆਇਆ ਹੈ, ਕਿਉਂਕਿ ਉਹਨਾਂ ਨਾਲ ਸਾਡਾ ਅੰਦਰੋਂ ਤਾਲਮੇਲ ਬੈਠਦਾ ਹੈ, ਭਾਈਚਾਰਾ ਹੈ। ਕੁਦਰਤੀ ਗੱਲ ਹੈ, ਜਿਸ ਤਰ੍ਹਾਂ ਦੇ ਲੋਕ ਹੋਣ, ਭਾਈਚਾਰਾ ਉਹ ਇਕੱਠਾ ਹੋਵੇ ਨਾ, ਤੇ ਉੱਥੇ ਬੰਦਾ ਛੇਤੀ ਉਹਨਾਂ ਨਾਲ ਰਲ ਮਿਲ ਜਾਂਦਾ, ਕਿਉਂਕਿ ਪਤਾ ਹੁੰਦਾ ਮੇਰਾ ਭਾਈਚਾਰਾ ਹੈ। ਦੂਜਿਆਂ ਨਾਲ ਮੇਲ ਨਹੀਂ ਬੈਠਦਾ ਛੇਤੀ ਕਰਕੇ। ਜਿੱਥੇ ਉਹਨੂੰ ਪਤਾ ਹੋਵੇ ਹਾਂ ਮੇਰੇ ਭਾਈਚਾਰੇ ਦੇ, ਉਹਨਾਂ ਨੂੰ ਕਹਿੰਦਾ ਹਾਂ ਵੀ ਤੁਸੀਂ ਕੌਣ? ਕਹਿੰਦੇ ਅਸੀਂ ਫਲਾਣੇ, ਕਹਿੰਦਾ ਮੈਂ ਵੀ ਫਲਾਣਾ ਹੀ, ਬਸ ਆਪਾਂ ਭਾਈਚਾਰਾ, ਆਪਾਂ ਤਾਂ ਇਕੱਠੇ ਹੀ ਹਾਂ। ਇਸੇ ਤਰ੍ਹਾਂ ਮਨੁੱਖ ਨੂੰ ਇਹ ਕਿਉਂ ਚੰਗੇ ਲੱਗਦੇ ਨੇ? ਕਿਉਂਕਿ ਮਨੁੱਖ ਇਹਨਾਂ ਜੁਨੀਆਂ ਵਿੱਚ ਰਹਿ ਕੇ ਆਇਆ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਉਹੀ ਸਾਨੂੰ ਚੰਗੇ ਲੱਗਦੇ ਨੇ। ਮਹਾਰਾਜ ਕਹਿੰਦੇ ਤੂੰ ਨਾਮ ਜਪ ਤੇ ਇਹਨਾਂ ਜੁਨੀਆਂ ਤੋਂ ਮੁਕਤ ਹੋ, ਨਹੀਂ ਤੇ ਫਿਰ ਮੁੜ ਕੇ ਉੱਥੇ ਚਲਾ ਜਾਵੇਂਗਾ। ਆਪਾਂ ਵੇਖਦੇ ਹਾਂ ਕੋਈ ਵਿਰਲਾ ਹੈ ਜਿਹੜਾ ਸਾਧਨਾ ਕਰਕੇ ਆਪਣਾ ਪੁਰਾਣਾ ਭਾਈਚਾਰਾ ਛੱਡ ਕੇ ਨਵੇਂ ਨੂੰ ਧਾਰਨ ਕਰ ਲਵੇ। ਕੋਈ ਵਿਰਲਾ ਹੈ ਜਿਹਨੇ ਬਹੁਤ ਪੜ੍ਹਾਈ ਕੀਤੀ ਹੋਵੇ, ਬਹੁਤ ਸਾਧਨਾ ਕੀਤੀ ਹੋਵੇ। ਜਿਵੇਂ ਆਪਾਂ ਵੇਖਦੇ ਹਾਂ ਜੋ ਪੰਜਾਬ ਦਾ ਹੁਣ ਨਵਾਂ ਮੁੱਖ ਮੰਤਰੀ ਬਣਿਆ ਹੈ, ਉਹ ਵੈਸੇ ਗੁਰਬਾਣੀ ਨਹੀਂ ਤਾਂ ਵਰਨ ਵੰਡ ਮੰਨੀ ਨਹੀਂ, ਪਰ ਉਹ ਸ਼ੂਦਰ ਵਰਨ ਵਿੱਚੋਂ ਆਉਂਦੇ ਨੇ। ਪਰ ਵੇਖੋ ਉਹਨਾਂ ਨੇ ਆਪਣਾ ਇੱਕ ਵਿਲੱਖਣ ਥਾਂ ਬਣਾ ਲਿਆ, ਪੜ੍ਹਾਈ ਕੀਤੀ ਦੁਨੀਆ ਦੇ ਵਿੱਚ, ਪਰ ਸਾਰੇ ਨਹੀਂ ਇੱਦਾਂ ਕਰ ਸਕਦੇ। ਕੋਈ ਵਿਰਲਾ ਹੈ ਜਿਹੜਾ ਇਸ ਤਰ੍ਹਾਂ ਆਪਣੇ ਆਪ ਨੂੰ ਉਸ ਚੀਜ਼ ਤੋਂ ਅੱਗੇ ਲੈ ਜਾਵੇ, ਨਹੀਂ ਤਾਂ ਅਸੀਂ ਉੱਥੇ ਹੀ ਘੁੰਮੀ ਜਾਂਦੇ ਹਾਂ ਪਸ਼ੂ ਪੰਛੀਆਂ ਵਾਲੀ ਬਿਰਤੀ ਦੇ ਵਿੱਚ ਹੀ। ਬਹੁਤ ਜਨਮ ਜਿਹੜਾ ਹੈ ਇੱਦਾਂ ਜੀਵ ਨੂੰ ਹੋ ਗਏ, ਤਨ ਮਨ ਧਨ ਨਹੀਂ ਧੀਰੇ। ਇਹ ਜਿਹੜਾ ਤਨ ਮਨ ਧਨ ਇਹਦਾ ਸਦਾ ਸਥਿਰ ਨਹੀਂ ਹੈ, ਇਹ ਤਾਂ ਆਉਂਦਾ ਜਾਂਦਾ ਰਹਿੰਦਾ ਹੈ। ਇਸ ਕਰਕੇ ਜੀਵ ਨੂੰ ਚਾਹੀਦਾ ਹੈ ਕਿ ਨਾਮ ਜਪੇ, ਪਰ ਇਹ ਸੋਚਦਾ ਇਹ ਸਦਾ ਰਹਿਣ ਵਾਲੇ ਨੇ। ਇਸ ਕਰਕੇ ਆਪਾਂ ਇਸ ਧਨ ਨਾਲ, ਇਸ ਸਰੀਰ ਨਾਲ ਪਕੜ ਕਰਕੇ ਬੈਠ ਜਾਂਦੇ ਹਾਂ। ਲਾਲਚ ਬਿਖ ਕਾਮ ਲੁਭ ਦਰਾਤਾ, ਮਨ ਵਿਸਰੇ ਪ੍ਰਭ ਹੀਰੇ।
ਦੁਨੀਆ ਦੇ ਪਦਾਰਥਾਂ ਦਾ ਲਾਲਚ, ਵਿਖ, ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਵਿੱਚ ਸਾਡਾ ਮਨ ਲੁਭਾਏਮਾਨ ਹੋ ਰਿਹਾ ਹੈ। ਵਾਹਿਗੁਰੂ ਦਾ ਨਾਮ ਰੂਪੀ ਹੀਰਾ ਸਾਨੂੰ ਵਿਸਰ ਗਿਆ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਨੇ, ਬਿਖ ਫਲ ਬੀਟ ਲਗੇ ਮਨ ਬੋਰੇ, ਚਾਰ ਵਿਚਾਰ ਨਾ ਜਾਣਿਆ। ਭਗਤ ਧੰਨਾ ਜੀ ਕਹਿੰਦੇ ਨੇ, ਜਿਹੜੇ ਵਿਸ਼ੇ ਵਿਕਾਰ, ਨਿੰਦਿਆ, ਚੁਗਲੀ ਇਤਿਆਦਿਕ, ਇਹ ਜ਼ਹਿਰ ਹੈ, ਬਿਖ ਫਲ ਹੈ। ਮਿੱਠੇ ਲਾਗੇ ਪਰ ਇਹ ਮਿੱਠੇ ਲੱਗਦੇ ਨੇ ਆਪਾਂ ਨੂੰ। ਮਨ ਬੌਰੇ, ਹੇ ਕਮਲੇ ਮਨ, ਤੂੰ ਇਹਨਾਂ ਚੀਜ਼ਾਂ ਨੂੰ ਮਿੱਠਾ ਕਰਕੇ ਮੰਨ ਰਿਹਾ, ਪਰ ਇਹ ਤਾਂ ਜ਼ਹਿਰ ਹੈ। ਚਾਰ ਵਿਚਾਰ ਨਾ ਜਾਣਿਆ। ਵਾਹਿਗੁਰੂ ਨੂੰ ਮਿਲਾਉਣ ਵਾਲੀ ਸੁੰਦਰ ਵਿਚਾਰ ਨੂੰ ਧਾਰਨ ਨਹੀਂ ਕੀਤਾ। ਇੱਥੇ ਚਾਰ ਦਾ ਅਰਥ ਹੈ ਸੁੰਦਰ। ਉਹ ਸੁੰਦਰ ਖਿਆਲ ਵਿਚਾਰ ਉਹ ਤੂੰ ਨਹੀਂ ਜਾਣੇ। ਗੁਣ ਤੇ ਪ੍ਰੀਤ ਬਣੀ ਅਣਭਾਤੀ, ਜਨਮ ਮਰਨ ਵਿਰਤਾਨਿਆ। ਵਾਹਿਗੁਰੂ ਦੀ ਭਗਤੀ ਦੇ ਗੁਣ ਉਹ ਛੱਡ ਕੇ ਵਿਸ਼ੇ ਵਿਕਾਰਾਂ ਦੀ ਪ੍ਰੀਤ ਨੂੰ ਵੱਡੀ ਕਰਕੇ ਮੰਨ ਲਿਆ, ਔਰ ਇਸ ਕਰਕੇ ਜਨਮ ਮਰਨ ਫਿਰ ਤਾਨਿਆ। ਮੁੜ ਕੇ ਜੰਮਣ ਮਰਨ ਦਾ ਫਿਰ ਤਾਣਿਆ ਗਿਆ, ਭਾਵ ਜੀਵ ਆਵਾਗਾਉਣ ਵਿੱਚ ਪੈ ਗਿਆ। ਜੁਗਤ ਜਾਣੀ ਹਿਰਦੈ ਨਿਵਾਸੀ, ਜਲਤ ਜਾਲ ਜਮ ਪੰਧ ਪਰੇ। ਜੁਗਤ ਨਹੀਂ ਜਾਣੀ ਵਾਹਿਗੁਰੂ ਦੀ ਭਗਤੀ ਦੀ, ਮੁਕਤ ਹੋਣ ਦੀ। ਹਿਰਦੇ ਦੇ ਵਿੱਚ ਉਸ ਨੂੰ ਧਾਰਨ ਨਹੀਂ ਕੀਤਾ ਤੇ ਜਮਾਂ ਦੇ ਵਿਛਾਏ ਹੋਏ ਜਾਲ ਦੇ ਵਿੱਚ ਜੀਵ ਫਸ ਗਿਆ। ਬਿਖ ਫਲ ਸੰਚ ਭਰੇ ਮਨ, ਐਸੇ ਪਰਮ ਪੁਰਖ ਪ੍ਰਭ ਮਨ ਵਿਸਰੇ। ਬਸ ਜ਼ਹਿਰ ਦੇ ਫਲ ਹੀ ਅੰਦਰ ਇਕੱਠੀ ਕਰੀ ਗਿਆ, ਮਾੜੇ ਵਿਚਾਰ ਹੀ ਅੰਦਰ ਇਕੱਠੇ ਕਰੀ ਗਿਆ। ਵਾਹਿਗੁਰੂ ਪਰਮਾਤਮਾ ਮਨ ਤੋਂ ਵਿਸਰ ਗਿਆ। ਗਿਆਨ ਪ੍ਰਵੇਸ਼ ਗੁਰੈ ਧਨ ਦੀਆ, ਧਿਆਨ ਮਾਨ ਮਨ ਏਕਮਏ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰੂ ਨੇ ਆਤਮਿਕ ਗਿਆਨ ਵਿੱਚ ਉਹਨਾਂ ਦਾ ਪ੍ਰਵੇਸ਼ ਕਰਾ ਦਿੱਤਾ। ਉਹਨਾਂ ਨੇ ਫਿਰ ਵਾਹਿਗੁਰੂ ਦੇ ਵਿੱਚ ਧਿਆਨ ਜੋੜਿਆ, ਇੱਕ ਮਨ ਹੋ ਕਰਕੇ। ਪ੍ਰੇਮ ਭਗਤ ਜਨ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਭਏ। ਉਹਨਾਂ ਨੇ ਪ੍ਰੇਮਾ ਭਗਤੀ ਕਰਕੇ ਉਹਦੇ ਵਿੱਚ ਮਨ ਮੰਨ ਗਿਆ ਨਾ, ਅਤੇ ਉਹਨਾਂ ਨੇ ਉਹਦੇ ਵਿੱਚੋਂ ਸੁੱਖ ਲੈਣਾ ਕੀਤਾ। ਉਹ ਮਾਇਆ ਵੱਲੋਂ ਵੀ ਤ੍ਰਿਪਤ ਹੋ ਗਏ, ਆਵਾਗਮਨ ਤੋਂ ਮੁਕਤ ਹੋ ਗਏ। ਜੋਤ ਸਮਾਏ ਸਮਾਨੀ ਜਾ ਕੇ ਅਸਲੀ ਪ੍ਰਭ ਪਹਿਚਾਨਿਆ। ਜੋਤ ਵਿੱਚ ਲੀਨ ਹੋ ਗਈ, ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ। ਉਹ ਵਾਹਿਗੁਰੂ ਪਰਮਾਤਮਾ ਜੋ ਅਸਲੀ ਹੈ, ਜਿਹਨੂੰ ਕੋਈ ਛਲ ਨਹੀਂ ਸਕਦਾ, ਉਸ ਨੂੰ ਪਹਿਚਾਨ ਲਿਆ। ਧੰਨੈ ਧਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਭਗਤ ਧੰਨਾ ਜੀ ਕਹਿੰਦੇ, ਮੈਂ ਉਸ ਵਾਹਿਗੁਰੂ ਦੇ ਨਾਮ ਧਨ ਨੂੰ ਪਾ ਲਿਆ ਜੋ ਸਾਰੀ ਧਰਤੀ ਦਾ ਆਸਰਾ ਹੈ। ਪਰ ਇਹ ਤਾਂ ਹੋਇਆ ਕਿਉਂਕਿ ਸੰਤਾਂ ਨੂੰ ਮਿਲੇ, ਗੁਰਮੁਖਾਂ ਨੂੰ ਮਿਲੇ। ਗੁਰਮੁਖਾਂ ਦੀ ਸੰਗਤ ਕਰਕੇ ਸਾਨੂੰ ਨਾਮ ਧਨ ਦੀ ਪ੍ਰਾਪਤੀ ਹੋ ਗਈ ਹੈ, ਗੁਰੂ ਦੀ ਕਿਰਪਾ ਹੋਈ ਹੈ। ਇਸ ਤਰ੍ਹਾਂ ਭਗਤ ਧੰਨਾ ਜੀ, ਭਗਤ ਰਵਿਦਾਸ ਜੀ ਪਾਵਨ ਅੰਮ੍ਰਿਤ ਬਚਨਾਂ ਦੁਆਰਾ ਸਾਨੂੰ ਉਪਦੇਸ਼ ਦਿੱਤਾ ਹੈ। ਅਗਾਧ ਬੋਧ ਵਿਚਾਰ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।